ਝੂਠ ਬੋਲਦਾ ਹੈ। ਚਾਲੂ। ਅੱਛਾ। ਮੈਂ ਕਿਹਾ ਯਾਰ ਕੋਈ ਹੋਰ ਹੀ ਨਕਲੀ ਅੰਜਮ ਸਰੋਈ ਨਾ ਹੋਵੇ। ਅੱਛਾ, ਤੁਹਾਡਾ ਨਾਮ ਕੀ? ਗਗਨ। ਗਗਨ। ਹਾਂਜੀ। ਇਹ ਦੂਏ ਤੋਂ ਬਠਿੰਡੇ ਤੋਂ। ਬਠਿੰਡੇ ਜ਼ਿਲ੍ਹੇ ਤੋਂ। अस्सलाम वालेकुम जी। इस टाइम ना मैं बैठा लाहौर। नहीं वो बंदे तंग होने। ਨਹੀਂ ਨਹੀਂ ਕੋਈ ਤੰਗ ਨਹੀਂ ਹੋਣਾ। ਇਸ ਟਾਈਮ ਮੈਂ ਬੈਠਾ ਲਾਹੌਰ ਦੇ ਸਾਰਿਆਂ ਤੋਂ ਵੱਡੇ ਹੋਟਲ ਪੀਸੀ ਦੇ ਵਿੱਚ। ਤੇ ਸਾਡੇ ਕੋਲ ਇਸ ਟਾਈਮ ਸਾਡੇ ਭਰਾ ਬੈਠੇ ਚੜ੍ਹਦੇ ਪੰਜਾਬ ਦੇ ਗਗਨ ਬਾਈ। ਗਗਨ ਬਾਈ ਨੇ ਆਉਣਾ ਸੀ ਮੇਰੇ ਕੋਲ, ਤੇ ਉਹ ਪਤਾ ਲੱਗਿਆ ਇਹਨਾਂ ਨੂੰ ਵੀ ਮੈਂ ਲਾਹੌਰ ਆਇਆ ਹਾਂ। ਇਹ ਕਹਿੰਦੇ ਫਿਰ ਤੂੰ ਇੱਥੇ ਹੀ ਆ ਜਾ, ਆਪਾਂ ਇੱਥੇ ਗੱਲਬਾਤ ਕਰਦੇ। ਕਿਹੜਾ ਫੋਨ ਵੱਜਦਾ ਹੈ? ਚੰਗਾ ਰਹਿ ਗਿਆ ਉਹਨੂੰ। ਹੈਂ ਕੀ ਗੱਲ ਕਰਦਾ ਸੀ ਮੈਂ? ਗਗਨ ਬਾਈ ਕੋ ਬੈਠਾ ਇਸ ਟਾਈਮ ਲਾਹੌਰ ਦੇ ਵਿੱਚ। ਗਗਨ ਬਾਈ ਨੂੰ ਪਤਾ ਲੱਗਿਆ ਵੀ ਮੈਂ ਅੰਜਮ ਇੱਥੇ ਆ ਰਿਹਾ, ਤੇ ਉਹ ਕਹਿੰਦੇ ਫਿਰ ਇੱਥੇ ਹੀ ਮਿਲ ਲੈਂਦੇ ਹਾਂ। ਮੈਂ ਤਾਂ ਇਹਨਾਂ ਨੂੰ ਕਿਹਾ ਸੀਗਾ ਤੁਹਾਡਾ ਆਪਣਾ ਘਰ ਆ ਲੈਲਪੁਰ ਦੇ ਵਿੱਚ, ਉੱਥੇ ਆਂਦੇ ਆਪਾਂ ਉਹ 16 ਦਰੀ ਦੇ ਵਿੱਚ ਬਹਿੰਦੇ ਹੈ। ਨਾਸੇ ਢਿੱਲੋਂ ਵਾਲੀ 16 ਦਰੀ। ਬਾਈ ਵੀ ਆ ਰਿਹਾ 24 ਨੂੰ। ਅੱਛਾ। ਹਾਂ ਬਾਈ ਨੂੰ ਲਿਖਿਆ ਰੱਖੇ 24 ਨੂੰ ਬਾਈ ਨੇ ਆ ਜਾਣਾ। ਅੱਛਾ, ਗਗਨ ਬਾਈ ਤੋਂ ਹੁਣ ਪੁੱਛਦੇ ਆ ਇਹਨਾਂ ਦਾ ਪਿਛੋਕੜ ਕੀ ਆ ਤੇ ਕਿੱਦਾਂ ਕਿੱਦਾਂ ਫਿਰ ਗੱਲਬਾਤ ਹੈ। ਬਾਈ ਦੱਸੋ ਆਪਣਾ ਪਿਛੋਕੜ। ਮੇਰਾ ਜੀ ਪਿੰਡ ਹੈਗਾ ਮੌੜ ਮੰਡੀ, ਜ਼ਿਲ੍ਹਾ ਬਠਿੰਡਾ। ਤੇ ਸਿੱਧੂ ਮੂਸੇ ਵਾਲੇ ਤੋਂ ਕਹਿ ਲਓ 15 ਕੁ ਮਿੰਟ ਦੂਰ ਉਹਦਾ ਜ਼ਿਲ੍ਹਾ ਮਾਨਸਾ ਹੈਗਾ। ਮਾਨਸਾ। ਹਾਂ। ਤੇ ਮੈਂ ਪਹਿਲੀ ਵਾਰੀ ਪਾਕਿਸਤਾਨ ਆਇਆ। ਤੇ ਮੈਂ ਜਿਵੇਂ ਉੱਥੇ ਡਰਾਉਂਦੇ ਹੁੰਦੇ ਆ ਵੀ ਨਾ ਜਾਈ ਉੱਥੇ ਆਏ ਆ ਉਹ ਹੈ, ਕਿਉਂਕਿ ਅਸੀਂ ਨਾ ਹੁਣ YouTube ਤੇ ਸੋਸ਼ਲ ਮੀਡੀਆ ਦੇ ਲੋਕ ਬਹੁਤ ਨੇੜੇ ਆ ਗਏ ਇੱਕ ਦੂਜੇ ਦੇ। ਹੁਣ ਉਹ ਪੰਜਾਬੀ ਟਰੈਵਲ ਕੱਪਲ ਰਿਪਨ ਖੁਸ਼ੀ ਆ ਕੇ ਗਏ ਨੇ, ਤੇ ਦੇਖਿਆ ਵੀ ਯਾਰ ਜਾ ਕੇ ਨਾ ਦੇਖ ਕੇ ਆਈਏ ਚੱਲ ਇੱਕ ਵਾਰੀ। ਜਿਵੇਂ ਲੋਕ ਕਹਿੰਦੇ ਹੁੰਦੇ ਯਾਰ ਇੱਕ ਵਾਰੀ ਪਾਕਿਸਤਾਨ ਦੀ ਮੋਹਰ ਲੱਗ ਗਈ ਕਿਤੇ ਜਾਣ ਜੋਗਰ ਨਹੀਂ ਰਹਿਣਾ। ਹਾਂ ਨਹੀਂ ਕਹਿੰਦੇ ਸੀ, ਸੱਚੀ ਗੱਲ ਤੇ ਇਦਾਂ ਹੀ ਸੁਣਿਆ। ਅੱਜ ਮੈਂ ਆਪਣੇ ਉਹ ਪਾਕਿਸਤਾਨ ਵਾਲੀ ਮੋਹਰ ਜਿਹੜੀ ਪਾਸਪੋਰਟ ਤੇ ਲੱਗੀ ਉਹਦੀ ਵੀ ਫੋਟੋ ਖਿੱਚੀ ਹੋਈ ਆ, ਤੇ ਉਹ ਵੀ ਬਥੇਰੇ ਲੋਕਾਂ ਨੂੰ ਭੇਜੀ। ਮੈਂ ਲੱਗ ਗਈ ਹੁਣ। ਤੇ ਹੁਣ ਮੈਂ ਕਿਹਾ ਇਸ ਸਾਲ ਅਮਰੀਕਾ ਜਾਣਾ, ਮੈਂ ਕਿਹਾ ਰੋਕਣਾ ਮੈਨੂੰ ਉਹਨਾਂ ਨੇ ਵੀ ਨਹੀਂ। ਹਾਂ। ਤੇ ਮੈਂ ਕਿਹਾ ਇਹ ਭੁਲੇਖੇ ਵੀ ਕੱਢ ਦਈਏ। ਹਾਂਜੀ। ਤੇ ਮੈਂ ਹੁਣ ਬਾਕੀ ਜਿਵੇਂ ਹੁਣ ਆਪਾਂ ਗਰਾਊਂਡ ਰਿਐਲਿਟੀ ਜਾ ਕੇ ਦੇਖੀਏ, ਲੋਕਾਂ ਨੂੰ ਜਾ ਕੇ ਮਿਲੀਏ। ਹੁਣ ਅੱਜ ਮੈਂ ਨਨਕਾਣਾ ਸਾਹਿਬ ਗਿਆ, ਫਿਰ ਉੱਥੋਂ ਸੱਚਾ ਸੌਦਾ ਗਿਆ, ਉੱਥੇ ਸਿੱਖ ਬਰਾਦਰੀ ਨੂੰ ਵੀ ਮਿਲਿਆ, ਹੋਰ ਲੋਕਾਂ ਨਾਲ ਵੀ ਜਿਵੇਂ ਗੱਲ ਕਰੀ। ਮੈਂ ਕਿਹਾ ਇਹਨਾਂ ਨਾਲ ਤਾਂ ਗੱਲ ਕਰੀ ਵੀ ਕਿਵੇਂ ਆ ਵੀ ਇੱਥੇ ਲੋਕ ਕਿੱਦਾਂ ਰਹਿੰਦੇ ਆ, ਜਾਂ ਸਾਡੇ ਨਾਲ ਉਹ ਨਾ ਕਰ ਜਿਵੇਂ ਕਹਿੰਦੇ ਵੀ ਜ਼ਿਆਦਤੀ ਕਰਦੇ ਨਹੀਂ। ਮਤਲਬ ਉਹ ਤਸਵੀਰ ਜਮਾਂ ਉਲਟਾ ਜਿਵੇਂ ਸਾਡੇ ਸੋਸ਼ਲ ਮੀਡੀਆ 'ਤੇ ਦਿਖਾਈ ਜਾਂਦੀ ਹੈ, ਨੈਸ਼ਨਲ ਮੀਡੀਆ 'ਤੇ ਖਾਸ ਕਰ। ਉਵੇਂ ਦਾ ਨਹੀਂ ਹੈਗਾ ਪਾਕਿਸਤਾਨ। ਤੁਸੀਂ ਕਿਉਂਕਿ ਨਾਸਰ ਬਾਈ ਨੇ ਨਾ ਇੱਕ ਵੀਡੀਓ 'ਚ ਇੱਕ ਗੱਲ ਕਹੀ ਸੀਗੀ, ਕਹਿੰਦਾ ਵੀ ਮੈਂ ਇੰਡੀਆ ਦੀ ਯੰਗ ਜਨਰੇਸ਼ਨ ਨੂੰ ਕਹਿਣਾ ਵੀ ਘੱਟੋ ਘੱਟ ਤੁਸੀਂ ਇੱਕ ਵਾਰੀ ਆਓ ਪਾਕਿਸਤਾਨ ਵਿਜ਼ਿਟ ਕਰੋ। ਜਦੋਂ ਮੈਂ ਸੱਚਾ ਸੌਦਾ ਅੱਜ ਗੁਰਦੁਆਰਾ ਸਾਹਿਬ ਗਿਆ ਨਾ, ਉਹ ਵੀ ਮੇਰੇ ਤੇ ਹੈਰਾਨ ਸੀ। ਕਹਿੰਦੇ ਯਾਰ ਤੇਰੀ ਉਮਰ ਦੇ ਮੁੰਡੇ ਸਾਨੂੰ ਨਹੀਂ ਇੱਥੇ ਦਿਖਦੇ ਆਉਂਦੇ। ਕਹਿੰਦੇ ਬਜ਼ੁਰਗ ਜ਼ਿਆਦਾ ਆਉਂਦੇ ਆ ਇੱਥੇ, ਮਤਲਬ ਮੱਥਾ ਵਗੈਰਾ ਟੇਕਣ। ਤੇ ਕਹਿੰਦੇ ਤੂੰ ਆਏਗਾ। ਤੇ ਮੈਂ ਕਿਹਾ ਹਾਂ। ਹੁਣ ਅਸੀਂ ਮੈਂ ਕਿਹਾ ਮੇਰੀ ਪਹਿਲੀ ਵਿਜ਼ਿਟ ਆ ਤੇ ਆਖਰੀ ਨਹੀਂ, ਹੁਣ ਮੈਂ ਆਉਂਦੇ ਰਹਾਂਗੇ। ਸਤ ਬਿਸਮਿਲ੍ਲਾ ਜਮ ਹਾਂ। ਜਮ। ਬਾਈ ਨਾਸਰ ਦਾ ਇਹਦੇ 'ਚ ਬੜਾ ਵੱਡਾ ਰੋਲ ਆ, ਜਿਹੜਾ ਸੋਹਣੀ ਤਸਵੀਰ ਦਿਖਾਈ ਹੈ ਨਾ ਸਾਡੇ ਮੁਲਕ ਦੀ ਬਾਹਰਲੀ ਦੁਨੀਆ ਨੂੰ। ਇਹ ਬਾਈ ਨਾਸਰ ਦਾ ਬੜਾ ਵੱਡਾ ਰੋਲ ਆ। ਅਸੀਂ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਹੇ ਹਾਂ। ਜੋ ਬਾਈ ਕਰ ਰਿਹਾ ਨਾ, ਅਸੀਂ ਵੀ ਉਹਨਾਂ ਦੀ ਸ਼ਾਗਿਰਦੀ 'ਚ ਉਹਨਾਂ ਤੋਂ ਸਿੱਖਿਆ ਤੇ ਉਹੀ ਕਰ ਰਹੇ ਹਾਂ ਅਸੀਂ ਵੀ ਆਪਣੇ ਮੁਲਕ ਦਾ ਇੱਕ ਸੋਹਣਾ। ਅੱਛਾ, ਇਹ ਫਿਰ ਨਾ ਇਹ ਮਗਾਲਤਾ ਹੈ ਸੀ। ਇਹ ਤੁਸੀਂ ਗਲਤ ਨਹੀਂ ਕਿਹਾ, ਇਹ ਮਗਾਲਤਾ ਦੁਨੀਆ 'ਚ ਹੈ ਸੀ ਵੀ ਪਾਕਿਸਤਾਨ ਦੀ ਮੋਹਰ ਲੱਗ ਗਈ, ਐਂ ਹੋ ਜੂ, ਉੱਥੇ ਹਾਲਾਤ ਐਂ ਆ। ਉਹ ਚਾਹੇ ਇੱਥੇ ਜੋ ਵੀ ਆ, ਪਰ ਆਏ ਗਏ ਨੂੰ ਕੁਛ ਨਹੀਂ ਕਹਿੰਦੇ ਬਈ ਇੱਦਾਂ ਦੀ ਕੋਈ ਗੱਲ ਨਹੀਂ ਹੈ। ਤੁਸੀਂ ਹੁਣ ਆ ਕੇ ਆਪ ਦੇਖ ਲਿਆ। ਮੈਨੂੰ ਤਾਂ 4 ਦਿਨ ਹੋ ਗਿਆ ਇਹਨੂੰ, ਮੈਂ ਦੇਖ ਰਿਹਾ ਸਾਰਾ ਕੁਛ। ਹਾਂ। ਤੇ ਉਹ ਵੀ ਇੱਥੇ ਠੀਕ ਆ ਹਾਲਾਤ, ਤੁਸੀਂ ਦੇਖੇ ਕਿੰਨਾ ਸਕੂਨ ਆ ਹਰ ਪਾਸੇ। ਲਾਹੌਰ ਦਾ ਕੈਸੀ ਨਜ਼ਾਰਾ ਕੈਸਾ। ਮੋਟਰ ਰਿਕਸ਼ੇ 'ਚ ਆਪ ਬੈਠ ਕੇ ਘੁੰਮਦਾ ਫਿਰਦਾ 2-3 ਦਿਨ ਹੋ ਗਏ, ਮੈਨੂੰ ਤਾਂ ਕੋਈ ਉਹ ਨਹੀਂ ਲੱਗਿਆ। ਉਹ ਨਹੀਂ ਲੱਗਿਆ। ਸਿਆਣੇ ਕਹਿੰਦੇ ਆ ਨਾ ਵੀ ਬਈ ਨਹਿਰ ਦੇ ਕਿਨਾਰੇ ਖਲੋ ਕੇ ਨਹੀਂ ਪਤਾ ਲੱਗਦਾ ਵੀ ਕਿੰਨੀ ਡੂੰਘੀ। ਜਿਹੜਾ ਛਾਲ ਮਾਰੂ ਨਾ ਉਹ ਕਹਿਣ ਜੋਗਾ ਹੋ ਜਾਊਗਾ ਵੀ ਇੰਨੀ ਹੈ। ਤੁਸੀਂ ਇੱਥੇ ਆ ਕੇ ਗਏ ਆ, ਹੋਰ ਬੜੇ ਸਰਦਾਰ ਭਰਾ ਆ ਕੇ ਜਾਂਦੇ। ਤੇ ਉਹ ਹੁਣ ਜਿੱਦਾਂ ਬਾਈ ਗੁਰਚੇਤ ਆਇਆ ਸੀ, 2 ਵਾਰੀ ਆ ਗਿਆ ਤਾਂ ਮੈਨੂੰ ਲੱਗਦਾ। 2 ਵਾਰੀ ਆ ਗਿਆ। ਠੀਕਾ ਯੂਕੇ ਵਾਲਾ ਹੈ। ਠੀਕਾ ਯੂਕੇ ਵਾਲਾ। ਤੇ ਉਹਨੇ ਜਾ ਕੇ ਉੱਥੇ ਜਾ ਕੇ ਨਾ ਵੀਡੀਓ ਬਣਾ ਕੇ ਕਿਹਾ, ਉੱਥੇ ਦੇ ਮੀਡੀਆ ਚੈਨਲ ਨੂੰ ਕਿਹਾ ਵੀ ਉੱਥੇ ਜਾ ਕੇ ਮੈਨੂੰ ਮਾਸਾ ਵੀ ਨਹੀਂ ਲੱਗਿਆ ਮੈਂ ਦੂਸਰੇ ਦੇਸ਼ ਗਿਆ। ਉਹ ਕਹਿੰਦਾ ਮੈਨੂੰ ਐਂ ਲੱਗਿਆ ਵੀ ਜੇ ਮੈਂ ਆਪਦੇ ਪੰਜਾਬ 'ਚ ਫਿਰਦਾ ਤੇ ਮੇਰੀ ਐਂ ਆਓ ਭਗਤ ਕੀਤੀ ਜਾਂ ਸਾਡਾ ਮਨ ਖੁਸ਼ ਹੋ ਗਿਆ। ਜਦੋਂ ਸਾਡੇ ਪਾਕਿਸਤਾਨ ਦਾ ਨਾਂ ਲੈ ਕੇ ਉਹਨੇ ਕਿਹਾ ਨਾ ਵੀ ਪਾਕਿਸਤਾਨੀ ਇੱਦਾਂ ਚੰਗੇ ਆ, ਇੱਦਾਂ ਪਿਆਰ ਕਰਦੇ, ਇੱਦਾਂ ਸੇਵਾ ਕਰਦੇ, ਲੈ ਐਂ ਅਸੀਂ ਖੁਸ਼ ਹੋ ਗਏ। ਹਾਂਜੀ। ਤੇ ਜੇ ਸਹੀ ਪੁੱਛੇ ਨਾ ਤੇ ਹੋਰ ਚਾਹੇ ਜੋ ਮਰਜ਼ੀ ਕਰੀਏ,
ਸਾਨੂੰ ਉਧਰਲੇ ਪੰਜਾਬ 'ਚ ਹੀ ਗੇੜਾ ਮਾਰਨ ਦੇ ਦਿਆ ਕਰਨ, ਉਧਰਲੇ ਇੱਧਰ ਗੇੜਾ ਮਾਰਨ। ਯਾਰ ਉਹ ਤਾਂ ਫਿਰ ਤੁਹਾਡਾ ਇੱਥੇ ਪਿਛੋਕੜ ਆ, ਸਾਡਾ ਉੱਥੇ ਪਿਛੋਕੜ ਆ। ਜੋ ਕਰਨਾ ਸੀ ਉਹ ਤਾਂ ਇਹਨਾਂ ਨੇ ਕਰ ਲਿਆ। ਹੁਣ ਸਾਨੂੰ ਮੱਥੇ ਤਾਂ ਲੱਗਣ ਦੇਣ ਨਾ, ਆਪਦਾ ਘਰ ਜਾ ਕੇ ਦੇਖੀਏ ਜਾਂ ਆਈਏ ਜਾਈਏ। ਆਵਾਂਗੇ ਇਨਸ਼ਾਅੱਲਾ। ਬਾਈ ਕਹਿੰਦਾ ਸੀ, ਬਾਈ ਨਾਸਰ ਵੀ ਉਹਦਾ ਬਾਈ ਦਾ 3 ਵਾਰੀ ਵੀਜ਼ਾ ਰਿਜੈਕਟ ਹੋ ਗਿਆ ਹੈ। ਗਿੱਲ ਰੌਂਤੇ ਦਾ ਹੁਣ ਵਿਆਹ ਹੋ ਕੇ ਹਟਿਆ ਉੱਥੇ, ਆਹੋ। ਆਇਆ ਨਹੀਂ ਸਕਿਆ ਕਹਿੰਦਾ ਮੈਂ। ਅੱਛਾ, ਤੁਹਾਨੂੰ ਪਤਾ ਵੀ ਉਹਦਾ ਰਿਜੈਕਟ ਹੋਇਆ ਵੀਜ਼ਾ? ਹਾਂ 3 ਵਾਰੀ ਉਹਨੇ ਵੀਡੀਓ 'ਚ ਤਾਂ ਦੱਸਿਆ ਸੀ, ਸਾਰੀਆਂ ਤੁਹਾਡੀਆਂ ਵੀਡੀਓ ਦੇਖਦੇ ਸੀ। ਅੱਛਾ ਅੱਛਾ, ਮੈਨੂੰ ਨਹੀਂ ਪਤਾ ਸੀ, ਮੈਂ ਫਿਰ ਦੱਸ ਨਹੀਂ ਰਿਹਾ ਸੀ ਵਿੱਚ। ਨਾ ਮੈਨੂੰ ਉਹਨੇ ਦੱਸਿਆ ਵੀਡੀਓ 'ਚ, ਕਹਿੰਦਾ ਯਾਰ ਮੇਰਾ 3 ਵਾਰੀ ਵੀਜ਼ਾ ਰਿਜੈਕਟ ਹੋ ਗਿਆ। ਕਹਿੰਦਾ ਮੈਂ ਪਰ ਅਪਲਾਈ, ਉਹਦਾ ਪਿੰਡ ਪੰਜਵਾੜਾ ਨਾ ਉਧਰ ਅੰਮ੍ਰਿਤਸਰ ਕਰਨੀ। 5 ਵਾਰ। ਹਾਂ ਪਰ ਇੱਕ ਸੋਡੇ ਵਾਲੇ ਪਾਸੇ ਪਤਾ ਕੀ ਆ, ਜੇ ਕੋਈ ਇੰਡੀਆ ਤੋਂ ਬੰਦੇ ਇੱਧਰ ਦਾ ਵੀਜ਼ਾ ਅਪਲਾਈ ਕਰਦੇ ਆ, ਸੋਡੇ ਵਾਲੇ ਵੀਜ਼ਾ ਬਹੁਤ ਦਿੰਦੇ ਆ। ਜੇ ਸੋਡੇ ਵਾਲੇ ਉਧਰ ਦਾ ਅਪਲਾਈ ਕਰਦੇ ਆ, ਉਹ ਸਾਡੇ ਵਾਲੇ ਬਹੁਤ ਘੱਟ ਵੀਜ਼ਾ ਦਿੰਦੇ ਆ। ਇਹ ਗੱਲ ਉਹ ਹੈ। ਉਹ ਤਾਂ ਫਿਰ ਸਰਕਾਰਾਂ ਦੀ ਗੱਲ ਆ, ਤੇ ਉਹ ਆਪਾਂ ਹੁਣ ਕਿਆ ਉਹਨਾਂ ਨੂੰ ਕਹਿਣਾ, ਕਿਆ ਕਰੀਏ। ਤੇ ਤੁਸੀਂ ਫਿਰ ਉੱਥੇ ਵੀ ਆਓ ਰਹਿਮੇ ਸ਼ਾਹ, ਮੇਰੇ ਪਿੰਡ ਲੈਲਪੁਰ ਜ਼ਿਲ੍ਹੇ। ਜ਼ਰੂਰ ਆਵਾਂਗੇ ਫਿਰ। ਹੁਣ ਦੁਬਾਰਾ ਚੱਕਰ ਲੱਗਿਆ, ਮੇਰੇ ਕੋਲ 1 ਸਾਲ ਦਾ ਵੀਜ਼ਾ ਪਾਕਿਸਤਾਨ ਦਾ। ਤੇ ਫਿਰ ਰਹਿ ਇੱਥੇ, ਤੇਰਾ ਆਪਦਾ ਘਰ ਆ। ਮੇਰੀ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਆਪਣੀ ਐ ਮੁਲਾਕਾਤ ਹੋ ਜੀ ਤੇ ਤੁਹਾਡੇ ਨਾਲ। ਮੈਂ ਇੰਡੀਆ ਤੋਂ ਬਹੁਤ ਕੁਛ, ਆਸਟ੍ਰੇਲੀਆ ਜਦੋਂ ਮੈਂ ਸੀਗਾ, ਹੁਣ 1 ਫਰਵਰੀ ਨੂੰ ਆਇਆ ਇੱਥੇ ਇੰਡੀਆ। ਇੰਨੇ ਮਤਲਬ ਮੈਂ ਸਰਚ ਕੀਤਾ ਤੁਹਾਡੇ ਨਾਲ ਕੰਟੈਕਟ ਹੋ ਗਈ। ਆ ਤਾਂ ਮੈਂ ਉੱਥੇ 1 ਦਿਨ ਬੈਠਾ ਸੀਗਾ ਉੱਤੇ ਆ ਹੋਟਲ 'ਚ, ਜਿੱਦਣ ਮੈਂ ਆਇਆ ਮੈਨੂੰ ਮੁੰਡਾ ਕਹਿੰਦਾ ਯਾਰ, ਕਹਿੰਦਾ ਅੰਜੂ ਸਰੋਏ ਨਾਲ ਤਾਂ ਮੈਂ ਮਿਲਾ ਦੂੰ ਤੈਨੂੰ, ਮੈਂ ਤੇਰੇ ਪਿੰਡ ਦਾ। ਕਹਿੰਦਾ ਨਹੀਂ ਉੱਧਰ ਦਾ ਹੀ ਆ, ਸਾਡੇ ਮੇਰੀ ਬਰਾਦਰੀ ਦਾ। ਉਹਨੇ ਮੈਨੂੰ ਨੰਬਰ ਦਿੱਤਾ। ਮੈਂ ਫਿਰ ਕੱਲ ਤੁਹਾਨੂੰ ਫੋਨ ਲਾ ਲਿਆ, ਮੈਂ ਕਿਹਾ ਯਾਰ ਕੋਈ ਫੇਕ ਹੀ ਨਾ ਹੋਵੇ, ਕੋਈ ਹੋਰ ਨਾ ਹੋਵੇ। ਤੇ ਮੈਨੂੰ ਆਵਾਜ਼ ਤੋਂ ਤਾਂ ਲੱਗਿਆ, ਮੈਂ ਯਾਰ ਉਹੀ ਲੱਗਦਾ। ਤੇ ਚਲੋ ਅੱਜ ਆਪਣੀ ਮੁਲਾਕਾਤ ਹੀ ਹੋ ਗਈ। ਅੱਛਾ। ਸਾਡੇ ਉਧਰ ਜਿਵੇਂ ਜੈਬੀ ਹੰਜਰੀ ਨੂੰ ਵੀ ਬਹੁਤ ਸੁਣਦੇ ਆ। ਇੱਥੇ ਆ ਜਾਓ। ਅੱਛਾ। ਹਾਂ ਉਹਨੂੰ, ਉਹ ਲੈ ਜੇਬੀ ਹੰਜਰਾ ਹੋਣ ਗਿਆ। ਉਹਨੂੰ ਮੇਰੇ ਘਰ ਦੇ ਬਹੁਤ ਸੁਣਦੇ ਆ ਜੈਬੀ ਹੰਜਰੀ ਨੂੰ। ਓਹੋ, ਤੇ ਤੂੰ ਉਸ ਟਾਈਮ ਦੱਸ ਦਿੰਦਾ ਮੈਨੂੰ ਕੀ ਪਤਾ ਸੀ ਤੁਸੀਂ ਇਕੱਠੇ ਹੋਵੋਗੇ। ਮੇਰੇ ਨਾਲ ਹੀ ਸਵੇਰ ਦੇ ਅਸੀਂ ਨਾਲ ਆ, ਘਰੋਂ ਨਾਲ ਆ, ਇੱਥੇ ਆ ਕੇ ਅਸੀਂ ਰੁੱਲ ਗਏ। ਅੱਛਾ। ਹਾਂ, ਉਹ ਫਿਰ ਸਾਨੂੰ ਲੱਭਿਆ ਹੀ ਨਹੀਂ। ਨਾ ਉਹਨੂੰ ਤਾਂ ਬਈ ਨਾਲ ਲੈ ਕੇ ਆਉਣਾ ਹੀ ਫਿਰ। ਯਾਰ ਮੈਨੂੰ ਪਤਾ ਹੁੰਦਾ ਦੱਸ, ਮੇਰਾ ਤਾਂ ਉਹ ਉਸਤਾਦ ਆ। ਮੈਂ ਹੰਜਰਾ ਸਾਹਿਬ ਦਾ ਬੜਾ ਅਦਬ ਕਰਦਾ, ਉਹਨਾਂ ਕੋਲੋਂ ਬੜਾ ਕੁਝ ਸਿੱਖਿਆ। ਅੱਛਾ। ਹਾਂ, ਬੜਾ ਸੋਹਣਾ ਬੋਲਦੇ। ਤੇ ਉਹ ਜੇ ਮੈਨੂੰ ਪਤਾ ਹੁੰਦਾ, ਮੈਂ ਉਹਨਾਂ ਨੂੰ ਦੱਸਣਾ ਸੀ, ਉਹਨਾਂ ਨੇ ਆ ਜਾਣਾ ਸੀ ਇੱਥੇ। ਹੋਰ ਉਹਨਾਂ ਨੂੰ ਤਾਂ ਨਾਲ ਲੈ ਕੇ ਆਉਣੇ, ਉਹਨਾਂ ਨੂੰ, ਵਕਾਰ ਭਿੰਡਰ ਨੂੰ, ਉਹ ਮੁੰਡਾ ਚਿਸ਼ਤੀਆਂ ਵਾਲਾ, ਫਰੂਟ ਮੰਡੀ ਵਾਲਾ, ਸਾਮਾ ਬਾਈ। ਹਾਂ ਸਾਮਾ ਬਾਈ, ਸਾਰਿਆਂ ਨੂੰ ਬਹੁਤ ਉਹ ਕਰਦੇ ਆ ਲੋਕ, ਸੁਣਦੇ ਆ। ਉਹ ਵੀ ਆਪਣਾ ਭਰਾ, ਬਹੁਤ ਸੋਹਣਾ ਬੋਲਦਾ ਪੰਜਾਬੀ, ਬੜੀ ਸੋਹਣੀ ਬੋਲਦਾ। ਅੱਛਾ, ਇਹ ਹੁਣ ਜੇ ਪਤਾ ਹੁੰਦਾ ਤੇ ਉਹ ਤਾਂ ਸਾਰੇ ਤੁਹਾਨੂੰ ਇੱਥੇ ਆ ਕੇ ਮਿਲ ਜਾਣਗੇ ਯਾਰ, ਇੰਨਾ ਪਿਆਰ ਕਰਦੇ ਹੋ। ਹੋਰ ਕੱਲ ਨੂੰ ਮੈਂ ਜਾਣਾ ਇਸਲਾਮਾਬਾਦ। ਅੱਛਾ, ਉੱਥੇ ਹੀ ਜਾਏ ਗੇੜਾ, ਪੰਜਾ ਸਾਹਿਬ ਮੱਥਾ ਟੇਕ ਕੇ ਫਿਰ 1 ਦਿਨ ਉੱਥੇ ਰਹਿ ਲਾਂਗੇ। ਮਾਸ਼ਾਅੱਲਾ ਮਾਸ਼ਾਅੱਲਾ। ਸਾਰੇ ਸ਼ਹਿਰ ਦੇਖ ਜੀਏ ਜਿੰਨੇ ਦੇਖ ਸਕਦੇ ਆ। ਹਾਂ। ਪਰ ਮੇਰਾ ਐ ਆ ਵੀ ਮੇਰੇ ਕੋਲੇ ਸਾਲ ਦਾ ਵੀਜ਼ਾ ਨਾ, ਮੈਂ ਦੁਬਾਰਾ ਫੇਰ ਆ ਜਾਣਾ। ਹੁਣ ਪਿੰਡੋਂ ਮੈਨੂੰ ਚੰਡੀਗੜ੍ਹ ਜਾਣ ਤੇ ਵੀ ਉਨਾ ਟਾਈਮ ਲੱਗਦਾ, ਤੇ ਉਧਰੋਂ ਲਾਹੌਰ ਆਉਣ ਤੇ ਵੀ ਇੰਨਾ ਟਾਈਮ ਹੀ ਲੱਗਦਾ। ਹਾਂ। ਬੰਦਾ ਮੈਂ ਉਹੀ ਆ। ਪਾਸਪੋਰਟ ਮੇਰੇ ਕੋਲੇ ਆਸਟ੍ਰੇਲੀਆ ਦਾ, ਇਹਨਾਂ ਨੇ ਮੈਨੂੰ ਝੱਟ ਵੜਨ ਦਿੱਤਾ। ਤੇ ਜੇ ਹੁਣ ਮੇਰੇ ਕੋਲ ਇੰਡੀਆ ਦਾ ਹੁੰਦਾ, ਇਹਨਾਂ ਨੇ ਮੇਰੀ ਨੱਕ ਨਾਲ ਲਗੀ ਰਗੜਾ ਦੇਣੀ ਸੀ ਵੀ ਤੈਨੂੰ ਵੀਜ਼ਾ ਦਈਏ ਕਿ ਨਾ ਦਈਏ। ਦੇਖ ਲਓ ਇਹ ਸਿਸਟਮ ਹੈ ਆਪਣੇ ਦੋਵਾਂ ਮੁਲਕਾਂ ਦਾ। ਇਹ ਰੌਲਾ ਹੈ। ਤੇ ਜੱਗੀ ਬਾਈ, ਜੱਗੀ ਕੌਣ? ਗਗਨ ਬਾਈ। ਗਗਨ ਬਾਈ ਕੋ ਬੈਠੇ ਆ, ਬੜੀਆਂ ਸੋਹਣੀਆਂ ਗੱਲਾਂ ਹੋ ਰਹੀਆਂ, ਤੇ ਉਧਰ ਦੇ ਦੁੱਖ ਸੁੱਖ, ਇੱਧਰ ਦੇ ਅਸੀਂ ਕਰ ਰਹੇ ਹਾਂ ਗੱਲਾਂ ਬਾਤਾਂ, ਬੜੀਆਂ ਪੁਰਾਣੀਆਂ ਯਾਦਾਂ ਤਾਜ਼ਾ। ਅੱਛਾ, ਮੈਂ ਤੁਹਾਨੂੰ ਆਪਣਾ ਦੱਸਿਆ ਨਹੀਂ, ਮੈਂ ਅੰਬਾਲੇ ਦਾ। ਅੱਛਾ। ਆਹ ਅੰਬਾਲਾ, ਤਹਿਸੀਲ ਨਰੈਣਗੜ੍ਹ। ਸਾਰੇ ਅਸੀਂ ਨਰੈਣਗੜ੍ਹੀ ਹੀ। ਪਟਿਆਲੇ ਤੋਂ ਅੱਗੇ ਅੰਬਾਲਾ, ਉਧਰ ਉਹ ਹਰਿਆਣੇ ਚ, ਹੁਣ ਪਟਿਆਲਾ ਇੱਧਰ ਪੰਜਾਬ ਚ। ਤੇ ਉਹ ਚਲੋ ਤੁਸੀਂ ਕੋਲ ਬੈਠੇ ਆ, ਬਾਈ ਗਗਨ ਮੇਰੇ ਕੋਲ ਬੈਠਾ, ਮੈਂ ਨਾਲ ਲੱਗਦੀ ਗੱਲ ਕਰਾਂ ਵੀ ਚੜ੍ਹਦੇ ਪੰਜਾਬ ਦੇ ਕਿਸਾਨਾਂ ਦੇ ਅਸੀਂ ਨਾਲ ਖਲੋਤੇ ਆ। ਉਹ ਆਪਣਾ ਹੱਕ ਲੈਣ ਵਾਸਤੇ ਗਏ ਆ। ਰੱਬ ਦੀ ਜ਼ਾਤ ਉਹਨਾਂ ਨੂੰ ਕਾਮਯਾਬ ਕਰੇ ਤੇ ਆਪਣੇ ਹਿਫਜ਼ੋ ਇਮਾਨ ਚ ਰੱਖੇ, ਕੋ ਰੱਬ ਨੁਕਸਾਨ ਤੋਂ ਬਚਾਵੇ, ਉਹਨਾਂ ਨੂੰ ਕਾਮਯਾਬ ਕਰਕੇ ਘਰੇ ਭੇਜੇ। ਜ਼ਰੂਰ। ਆਪਣੇ ਹੱਕ ਵਾਸਤੇ ਉਹ ਲੜ ਰਹੇ ਆ, ਤੇ ਅਸੀਂ ਵੀ ਉਹਨਾਂ ਨੂੰ ਦੇਖਾ ਦੇਖੀ, ਹੁਣ ਅਸੀਂ ਪੰਜਾਬ ਦੇ ਕਿਸਾਨ ਵੀ ਆਪਣਾ ਹੱਕ ਮੰਗਾਂਗੇ, ਅਸੀਂ ਵੀ ਗੱਲ ਕਰਾਂਗੇ, ਤੇ ਇਦਾਂ ਹੀ ਕਰਾਂਗੇ ਜਿੱਦਾਂ ਕਰਨ ਦਾ ਹੱਕ ਹੁੰਦਾ ਹੈ, ਜਿਵੇਂ ਕੀਤੀ ਜੱਟਾਂ ਨੇ, ਇਦਾਂ ਹੀ ਕਰਾਂਗੇ। ਅੰਜੁਮ ਬਾਈ ਨੇ ਵੀਡੀਓ 'ਚ 1 ਵਾਰੀ ਕਿਹਾ ਸੀ, ਕਹਿੰਦੇ ਵੀ ਕਿਆਮਤ ਤੋਂ ਅੱਧਾ ਕੁ ਘੰਟਾ ਪਹਿਲਾਂ ਵੀ ਕਿਸਾਨਾਂ ਦੇ ਮਸਲੇ ਚੱਲਦੇ ਹੀ ਰਹਿਣੇ, ਇਹ ਨਹੀਂ ਖਤਮ ਹੋਣੇ। ਜਿਉਂਦੇ ਵਾਸਤੇ ਰਹੋ। ਗਗਨ ਬਾਈ ਨੂੰ ਕੀ ਆ, ਗਗਨ ਬਾਈ ਨੂੰ ਮੇਰੀਆਂ ਵੀਡੀਓ ਮੂੰਹ ਜ਼ਬਾਨੀ ਯਾਦ ਆ। ਤਾਂ ਹੀ ਤੁਹਾਡੀਆਂ ਗੱਲਾਂ ਯਾਦ ਆ ਕਿ ਭੇਡ ਤੇਰੀ ਆ ਗਲ ਵਾਲੀ 2000 ਰੁਪਇਆ ਲੈ ਲੈ, ਇਹ ਇੰਨੀ ਕਾ ਕੇ ਮੇਰੀ ਬੱਸ ਥੱਲੇ ਮਰੀ, ਬਾਕੀ ਤੇ ਮੈਂ ਪੈਸੇ ਨਹੀਂ ਦੇਣੇ। ਵਾਹ ਜੀ ਵਾਹ, ਕਿਆ ਵਾ। ਇੱਥੇ ਹੋਟਲ 'ਚ ਬੈਠੀਆਂ, ਬਹੁਤਾ ਉੱਚਾ ਅਸੀਂ ਬੋਲ ਵੀ ਨਹੀਂ ਸਕਦੇ, ਦੁਨੀਆ ਬੈਠੀ ਹੈ। ਤੇ
ਮੈਂ ਬਾਈ ਗਗਨ ਨੂੰ ਅਗਲੀ ਵਾਰੀ ਕਹਿੰਦਾ ਮੈਂ ਤੇਰੇ ਕੋਲ ਤੋੜ ਆਉਂਗਾ, ਘਰੇ ਆਉਂਗਾ। ਚਲੋ ਮੁਲਾਕਾਤ ਹੋ ਗਈ, ਹੁਣ ਆਪਾਂ ਯਾਦਗਾਰ ਤਾਂ ਬਣ ਗਈ ਨਾ, ਨਹੀਂ ਕੈਮਰੇ ਦੇ ਵਿੱਚ ਵੀ ਆਪਾਂ ਆ ਗਏ। ਜ਼ਰੂਰ ਪਾਉਂਗੇ ਫਿਰ YouTube ਤੇ ਨੂੰ। ਹਾਂ YouTube ਤੇ ਹਰ ਪਾਸੇ ਪਾਉਂਗਾ। ਕੱਲ ਵੀ ਮੇਰੇ ਨਾਲ ਦੇ ਨੇ ਮੈਨੂੰ ਫੋਨ ਆ ਜਾਣੇ। ਮੈਂ ਆਪਣੇ ਭਰਾ ਨੂੰ ਮਿਲਿਆ, ਮੈਨੂੰ ਐਡਾ ਚਾਅ ਚੜਿਆ ਬਈ ਗਗਨ ਬਾਈ ਮੈਨੂੰ ਮਿਲਿਆ, ਚੜ੍ਹਦੇ ਪੰਜਾਬ 'ਚ ਮੇਰਾ ਭਰਾ ਹੈ, ਮੈਂ ਕਿਉਂ ਨਹੀਂ ਪਾਣੀ, ਮੈਂ ਪਾਣੀ ਹੈ, ਮੈਂ ਛਾਲਾਂ ਮਾਰਦਾ ਪਾਉ, YouTube ਤੇ ਵੀ ਪਾਉ, ਹਰ ਪਾਸੇ ਪਾਉ। ਨਹੀਂ ਨਹੀਂ ਜ਼ਰੂਰ, ਇਹੀ ਤਾਂ ਪਤਾ ਲੱਗਣਾ ਚਾਹੀਦਾ ਪੰਜਾਬ ਦੇ ਲੋਕ ਕਿਵੇਂ ਮਿਲਦੇ ਆ ਕੇ। ਇਹੀ ਤਾਂ ਗੱਲ ਆ। ਹਾਂ ਹੁਣ ਮੈਂ ਜਦੋਂ ਪਿੰਡ ਜਾਊਂਗਾ 20-30 ਬੰਦਿਆਂ ਨੂੰ ਉੱਥੇ ਪਿੰਡ ਜਿਵੇਂ 7 ਸਾਡੇ ਖੁੰਡ ਕਹਿੰਦੇ ਉੱਥੇ ਦੱਸੂਗਾ ਵੀ ਹਾਂ ਯਾਰ ਵੀ ਪਾਕਿਸਤਾਨ ਐਵੇਂ ਦਾ ਨਹੀਂ ਹੈਗਾ, ਤੁਸੀਂ ਇੱਕ ਵਾਰੀ ਜਾ ਕੇ ਦੇਖ ਆਓ, ਜੇ ਨਹੀਂ ਚੰਗਾ ਲੱਗਿਆ ਦੁਬਾਰੇ ਨਾ ਜਾਇਓ। ਤੇ ਗੱਲ ਤਾਂ ਫਿਰ ਉਹ ਆ ਜਾਂਦੀ ਹੈ, ਪਰ ਜਿਹੜਾ ਚੜਦਾ ਜਾਂ ਲੈਂਦਾ ਇਹ ਤਾਂ ਇੱਕੋ ਕੁਛ ਆ, ਇਹ 'ਚ ਤਾਂ ਨਹੀਂ ਹੈ ਕੋਈ ਵੀ ਫਰਕ। ਕੁਛ ਵੀ ਨਹੀਂ ਫਰਕ। ਹਾਂ ਤੇ ਹੁਣ ਅਸੀਂ ਵੀਡੀਓ ਹੁਣ ਬੰਦ ਕਰਦੇ ਹਾਂ ਤੇ ਅਸੀਂ ਹੁਣ ਆਪਣੀਆਂ ਉਂਝ ਗੱਲਾਂ ਬਾਤਾਂ ਮਾਰਦੇ ਹਾਂ। ਹਾਂਜੀ ਚਲੋ ਜੀ। अस्सलाम वालेकुम जी, इस टाइम ਅਸੀਂ ਬੈਠੇ ਆ PC ਹੋਟਲ ਲਾਹੌਰ। ਅੱਛਾ ਤੇ ਆ ਸਾਡੇ ਕੋਲ ਬੈਠੇ ਆ ਅਸਦ ਸਰੋਇਆ ਸਾਹਿਬ, ਇਹ ਮੇਰੇ ਗਰਾਈਆਂ ਸ਼ਹਿਰ ਸਮੁੰਦਰੀ, ਤਹਿਸੀਲ ਸਮੁੰਦਰੀ ਦੇ ਰਹਿਣ ਵਾਲੇ। ਤੇ ਗਗਨ ਭਾਜੀ ਬੈਠੇ ਆ ਚੜ੍ਹਦੇ ਪੰਜਾਬ ਚੋਂ, ਬਠਿੰਡੇ ਤੋਂ, ਉਂਝ ਆਸਟ੍ਰੇਲੀਆ ਹੁੰਦੇ। ਸਾਡੇ ਕੋਲ ਬੈਠੇ ਹਾਫਿਜ਼ ਤਲਹਾ ਸਾਹਿਬ। ਅੱਛਾ ਉਹ ਅਸਦ ਸਾਹਿਬ ਨੇ ਵੀ ਕਿਹਾ ਤੇ ਕਹਿੰਦੇ ਵੀ ਅਸੀਂ ਇਹਨਾਂ ਕੋਲੋਂ ਕੋਈ ਕਲਾਮ ਸੁਣਨਾ ਹਾਫਿਜ਼ ਸਾਹਿਬ ਕੋਲ। ਹਾਫਿਜ਼ ਸਾਹਿਬ ਦਾ ਦੱਸਦੇ ਆ, ਉਹ ਦੱਸੋ ਕਿੱਥੋਂ ਕਿੱਥੋਂ ਜਿੱਤਿਆ। ये जी हाफिज़ तलहा साहब ने जी आज पाकिस्तान 3 साल लगातार अलहमदुलिल्लाह कौन से नाथसानी जो बने 3 साल लगातार ਮਾਸ਼ਾਅੱਲਾ। ਟੀਵੀ ਦੇ ਉੱਤੇ ਕਹਿੰਦੇ ਆਉਂਦੇ ਰਹਿੰਦੇ ਆ, ਵਿੱਚ ਪ੍ਰਾਹੁਣੇ ਵੀ ਕਰਦੇ ਆਪਾਂ ਠੰਡਾ ਮੱਠਾ ਜਾਂ ਪੜ੍ਹ ਕੇ ਦੇ। हाँ जी लिखे ਅੱਛਾ ਜੀ, ਅਸੀਂ ਹੁਣ ਸੁਣਦੇ ਆ ਹਾਫਿਜ਼ ਤਲਹਾ ਸਾਹਿਬ ਕੋਲੋਂ ਕੋਈ ਕਲਾਮ ਸੁਣਦੇ ਆ ਵੀ ਸਾਨੂੰ ਕੋਈ 2 ਬੋਲ ਸੁਣਾਓ। ਯਾਦਗੀਰੀ ਹੁੰਦੀ ਹੈ ਯਾਰ। बिल्कुल। ਚਲੋ ਇੱਥੇ ਰੋਸ਼ਨ ਚਾਰ ਚਫੇਰੇ ਯਾਰਾਂ ਨਾਲ ਬਹਾਰਾਂ ਸਜਣਾ, ਉਹ ਯਾਰਾਂ ਬਾਜ ਹਨੇਰੇ ਤੇ ਪਾਈ ਪਾਈਆਂ ਉਹ ਸੱਜਣ ਹੁੰਦੇ, ਉਹ ਪਾਈ ਪਾਈਆਂ ਦੀਆਂ ਬਾਵਾਂ, ਪਿਓ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ ਤੇ ਹਿਜਰ ਤੇਰਾ ਜੇ, ਹਿਜਰ ਤੇਰਾ ਜੇ ਪਾਣੀ ਮੰਗੇ, ਹਿਜਰ ਤੇਰਾ ਜੇ ਪਾਣੀ ਮੰਗੇ, ਉੱਤੇ ਮੈਂ ਖੂਨੇ ਨਾ ਦੇ ਗੇੜਾ, ਜੀ ਕਰਦਾ ਤੈਨੂੰ ਸਾਹਮਣੇ ਬਿਠਾ ਕੇ ਦੁੱਖ ਦੇ ਹਵਾਲੇ ਛੇੜਾ। ਸਭ ਕੀ ਬਾਤ ਹੈ, ਕੀ ਤੇ ਲੈ ਹੁਣ ਯਾਰ ਹਵਾਲੇ ਰੱਬ ਦੇ, ਉਹ ਲੰਬੀ ਪਈ ਏ ਜੁਦਾਈ, ਰੱਬ ਮਿਲਾਇਆ ਤੇ ਆਣ ਮਿਲਾਂਗੇ, ਵਰਨਾ ਹੋਰ ਉਮੀਦ ਨਾ ਕਾਏ। ਇਹ ਜੀ ਸਾਡੇ ਹਾਫਿਜ਼ ਤਲਹਾ ਸਾਹਿਬ ਸੀ। ਅੱਛਾ ਮੈਂ ਤਾਂ ਪਹਿਲੀ ਵਾਰ ਇਹਨਾਂ ਨੂੰ ਸੁਣਿਆ, ਮੈਂ ਐਵੇਂ ਝੂਠ ਮਾਰਾਂ, ਮੈਨੂੰ ਨਹੀਂ ਸੀ ਪਤਾ ਵੀ ਹਾਫਿਜ਼ ਸਾਹਿਬ ਇਹ
ਇਦਾਂ ਢਿੱਡੋਂ ਆਵਾਜ਼ ਕੱਢ ਕੇ ਤੇ ਉਹ ਕੋ ਕਲਾਮ ਇਦਾਂ ਦਾ ਤੇ ਕੁਛ ਉਹਨਾਂ ਨੇ ਪੜਿਆ ਬੜਾ ਨੀਅਤ ਨਾਲ ਦਿਲੋਂ ਪੜਿਆ ਤੇ ਮੈਂ ਕਹਿੰਦਾ ਰੂਹ ਤਾਜ਼ੀ ਕਰਦੀ ਜਿੱਦਾਂ ਆਪ ਤੁਸੀਂ ਦੱਸਿਆ ਸੀ ਨਾ ਅਸਾ ਸਰੋਇਆ ਸਾਹਿਬ ਉਦਾਂ ਹੀ ਗੱਲ ਆ ਕੋਈ ਸ਼ੱਕ ਨਹੀਂ ਮਾਲਕ ਤੁਹਾਨੂੰ ਤਰੱਕੀਆਂ ਦੇਵੇ ਹਾਂਜੀ ਬੜਾ ਡਾਢਾ ਕਲਾਮ ਤੁਸੀਂ ਪੜਿਆ ਹਾਂਜੀ ਚਲੋ ਇਸੇ ਬਹਾਨੇ ਸਾਡੇ ਚੜ੍ਹਦੇ ਪੰਜਾਬ ਦੇ ਪ੍ਰਾਹੁਣੇ ਬੈਠੇ ਗਗਨ ਬਾਈ ਬੈਠੇ ਬਠਿੰਡੇ ਤੋਂ ਕੈਸਾ ਲੱਗਿਆ ਬਹੁਤ ਵਧੀਆ ਹੈ ਤੁਸੀਂ ਮੱਠੇ ਬੋਲ ਨਹੀਂ ਨਹੀਂ ਕੈਮਰੇ ਸਾਹਮਣੇ ਪਹਿਲੀ ਵਾਰੀ ਆਇਆ ਨਾ ਤੁਸੀਂ ਹਾਂ ਵਾਹ 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 ਕੀ ਬਾਤ ਹੈ। ਤੇ ਮੈਂ ਨਾ ਜੀ ਤੁਹਾਡੇ ਨਾਲ ਕੈਮਰੇ 'ਚ ਆ ਕੇ ਨਾ ਮੈਨੂੰ ਫਖਰ ਮਹਿਸੂਸ ਹੋਇਆ ਹਾਂਜੀ ਬੜੀ ਮਿਹਰਬਾਨੀ ਹਾਂਜੀ ਕਿਉਂ ਗਗਨ ਬਾਈ ਹਾਂਜੀ ਬਹੁਤ ਤੁਹਾਡਾ ਵੀ ਮੈਂ ਜੋ ਵੇਖੀਆਂ ਵੀਡੀਓਜ਼ ਵਗੈਰਾ ਸਾਰਾ ਨਾ ਤੇ ਅਸੋ ਸਾਹਿਬ ਨੇ ਦੱਸਿਆ ਕਿ ਸਾਡੀ ਕਾਸਟ ਤੋਂ ਨੇ ਤੇ ਤੇ ਮੈਂ ਕਿਹਾ ਮੈਨੂੰ ਮਿਲਣ ਦਾ ਸ਼ੌਕ ਵੀ ਹੋਇਆ ਮੈਂ ਕਿਹਾ ਚਲੋ ਚੱਲਦੇ ਹਾਂ ਮੈਂ ਕੋਟ ਸ਼ੋਟ ਪਾ ਕੇ ਸੀਗੇ ਸੀ ਬਾਹਰ ਅੱਛਾ, ਅਸੀਂ ਮੈਂ ਕਿਹਾ ਕਿ ਹੁਣ ਆਉਂਦੇ ਆ ਤੇ ਨਹੀਂ ਨਹੀਂ ਤੁਸੀਂ ਛੋਟੇ ਭਾਈਆਂ ਜੀ ਤੁਸੀਂ ਸਾਡੇ ਕੋਲ ਉੱਥੇ ਵੀ ਆਇਓ ਕੋਲ ਜ਼ਰੂਰ ਸਾਥ ਬਿਸਮਿਲ੍ਲਾ ਇਨਸ਼ਾਅੱਲਾ ਤੇ ਗਗਨ ਬਾਈ ਕਹਿੰਦੇ ਵੀ ਮੈਂ ਪਹਿਲੀ ਵਾਰੀ ਕੈਮਰੇ 'ਚ ਆਇਆ ਤੇ ਤਾਂ ਮੱਠਾ ਬੋਲਦਾ ਹੁਣ ਆ ਗਿਆ ਹੁਣ ਆਂਦਾ ਰਹੀ ਹੈ ਹਾਂ ਹਾਂ ਜ਼ਰੂਰ ਹੁਣ ਉੱਥੇ ਜਾ ਕੇ ਵੀ ਤੁਸੀਂ ਚੇਤੇ ਮੈਨੂੰ ਮਸ਼ਹੂਰ ਕਰ ਦੇਣਾ ਉੱਥੇ ਚੇਤੇ ਰੱਖੀ ਜਾ ਕੇ ਚਲੋ ਤੇ ਸਰ ਬੜਾ ਇੱਕ ਚੈਨਲ ਛੋਟਾ ਜਿਹਾ ਨਾ ਸੁਣਾਇਆ ਉਹ ਦੱਸੋ ਤਾਂ। ਗਾਤਾ ਵਗੈਰਾ ਤਲਹਾ ਸ਼ਹਜ਼ਾਦ ਦੇ ਨਾਮ ਤੇ YouTube ਤੇ ਹਾਫਿਜ਼ ਸਾਹਿਬ ਦਾ ਜਿਨ੍ਹਾਂ ਦਾ ਕਲਾਮ ਤੁਸੀਂ ਹੁਣ ਸੁਣਿਆ ਨਾ ਹੁਣ ਇਹਦੇ ਤੇ YouTube ਤੇ ਲਿਖੋ ਤਲਹਾ ਸ਼ਹਿਜ਼ਾਦ ਤਲਹਾ ਸ਼ਹਿਜ਼ਾਦ ਲਿਖੋ ਤੇ ਇਹ ਉਹ ਚੈਨਲ ਆ ਜਾਣਾ ਉਹਦੇ ਤੇ ਇਦਾਂ ਦੇ ਪੰਜਾਬੀ ਕਲਾਮ ਕਹਿੰਦਾ ਬਹੁਤ ਪੜੇ ਪਏ ਉਹਦੇ ਤੇ ਹਾਂ ਜੁਲਦਾ ਵਸਦਾ ਹੈ ਮਾਲਕ ਤੈਨੂੰ ਤਰੱਕੀਆਂ ਬਖਸ਼ੇ